ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਸਾਡੇ ਐਕਸਕਲੂਸਿਵ ਪ੍ਰੋਗਰਾਮ ਇਨਸਾਈਟਸ ਵਿਦ ਵਿਸ਼ਾਲ ਸੂਦ ਦੇ ਵਿੱਚ। ਸੋ ਪੰਜਾਬ ਦੇ ਵਿੱਚ ਸਿਆਸਤੀ ਬਵਾਲ, ਆਪ ਸਰਕਾਰ ਦਾ ਮਹੀਨੇ ਦਾ ਰਿਪੋਰਟ ਕਾਰਡ ਤੇ ਉਸ ਤੋਂ ਇਲਾਵਾ ਰਸ਼ੀਆ ਯੂਕਰੇਨ ਵਾਰ ਤੇ ਅਪਡੇਟਸ ਤੇ ਚਰਚਾ ਕਰਨਗੇ। ਸਾਡੇ ਨਾਲ ਮੌਜੂਦ ਨੇ ਫਾਊਂਡਰ ਐਂਡ CEO ਆਫ ਪੰਜਾਬ ਟੂਡੇ ਚੈਨਲ ਵਿਸ਼ਾਲ ਸੂਦ ਸਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਗੁਰਲੀਨ, ਹਾਊ ਆਰ ਯੂ? ਆਮ ਗੁੱਡ ਸਰ, ਹਾਊ ਯੂ? ਆਮ ਡੂਇੰਗ ਗ੍ਰੇਟ ਸਰ। CM ਭਗਵੰਤ ਮਾਨ ਦੀ ਜਿਹੜੀ ਮੀਟਿੰਗ ਹੋਈ ਹੈ UK MP ਤਮਨਜੀਤ ਸਿੰਘ ਨਾਲ, ਕਾਫੀ ਸਿਆਸਤੀ ਬਵਾਲ ਛਿੜ ਰਿਹਾ ਹੈ ਇਹਦੇ ਤੇ। ਸਰ ਮੈਂ ਪੁੱਛਣਾ ਚਾਹੂੰਗੀ ਕਿ ਇਹ ਮੀਟਿੰਗਸ ਪਹਿਲਾਂ ਵੀ ਹੋਈ ਹੈ, ਇਸ ਬਾਰੇ ਚਰਚੇ ਦਾ ਮੁੱਦਾ ਕਿਉਂ? ਦੇਖੋ, ਜਦੋਂ ਤੁਹਾਡੇ ਕੋਰ ਚੀਜ਼ਾਂ ਤੋਂ ਹਟਾਣਾ ਹੈ ਬੇਸਿਕਲੀ, ਦੇਖੋ ਤਮਨਜੀਤ ਸਿੰਘ ਦੇ ਜੇ ਭਾਰਤ ਵਿਰੋਧੀ ਬਿਆਨ ਹੈਗੇ ਨੇ, ਐਟ ਦੀ ਐਂਡ ਆਫ ਦ ਡੇ ਹੀ ਇਜ਼ ਐਨ ਇੰਡੀਅਨ ਓਰੀਜਨ ਪਰਸਨ, ਹੀ ਹੈਜ਼ ਆਲ ਦੀ ਰਾਈਟ ਟੂ ਕਮ। ਸਾਨੂੰ ਸਾਰੀਆਂ ਆਵਾਜ਼ਾਂ ਸੁਣਨੀਆਂ ਚਾਹੀਦੀਆਂ। ਉਹ ਤਾਂ ਵੈਸੇ ਵੀ ਕਹਿੰਦੇ ਨੇ ਕਿ ਕੀਪ ਯੂਰ ਫਰੈਂਡਸ ਕਲੋਜ਼ ਐਂਡ ਐਨੀਮੀਜ਼ ਕਲੋਜ਼ਰ। ਤੇ ਗਵਰਨਮੈਂਟ ਮਿਲ ਕੇ ਉਹਨੂੰ ਮੈਸੇਜ ਦੇ ਸਕਦੀ ਹੈ ਕਿ ਜਿਹੜੇ ਵੀ ਤੁਸੀਂ ਐਂਟੀ ਇੰਡੀਆ ਬਿਆਨ ਦੇ ਰਹੇ ਹੋ ਇਹ ਅਨਫਾਊਂਡਡ ਨੇ। ਇਹ ਓਪਰਚੁਨਿਟੀ ਨੂੰ ਯੂਜ਼ ਕੀਤਾ ਜਾ ਸਕਦਾ ਟੂ ਚੇਂਜ ਹਿਜ਼ ਮਾਈਂਡ ਆਲਸੋ, ਅਨਲੈਸ ਹੀ ਹੈਜ਼ ਸਮ ਅਦਰ ਏਜੰਡਾ, ਹੀ ਇਜ਼ ਗੈਟਿੰਗ ਫੰਡਿੰਗ ਫਰੋਮ ਸਮ ਐਂਟੀ ਇੰਡੀਆ ਲੌਬੀਜ਼ ਵਿਚ ਮਾਈਟ ਬੀ ਦੀ ਕੇਸ। ਬਟ ਅਦਰਵਾਈਜ਼ ਇਸ ਓਪਰਚੁਨਿਟੀ ਨੂੰ ਯੂਜ਼ ਕੀਤਾ ਜਾ ਸਕਦਾ ਕਿ ਜੇ ਉਹ ਪੰਜਾਬ ਦੇ CM ਨਾਲ ਮਿਲਣ ਆਇਆ ਤੇ ਉਹ ਦੱਸ ਸਕਦੇ ਨੇ ਕਿ ਹਾਊ ਪੰਜਾਬ ਇਜ਼ ਆਲਵੇਜ਼ ਵਾਂਟਸ ਟੂ ਬੀ ਪਾਰਟ ਆਫ ਇੰਡੀਆ ਓਨਲੀ। ਸੋ ਦੇਰ ਇਜ਼ ਨੋ ਅਦਰ ਕਿ ਜਿਹੜੇ ਵੀ ਫਰਿੰਜ ਐਲੀਮੈਂਟਸ ਦੀ ਜੇ ਕੋਈ ਸੋਚ ਹੈ ਉਹ ਪੰਜਾਬੀਆਂ ਦੀ ਸੋਚ ਨਹੀਂ ਹੈ। ਇਟ ਕੁਡ ਬੀ ਸੀਨ ਐਜ਼ ਐਨ ਓਪਰਚੁਨਿਟੀ। ਤੇ ਆਫ ਕੋਰਸ ਸਟੇਟਮੈਂਟ ਇਹ ਵੀ ਦਿੱਤੀ ਜਾ ਸਕਦੀ ਹੈ ਜਦੋਂ ਉਹਨਾਂ ਨੂੰ ਤੁਸੀਂ ਬੁਲਾਇਆ, ਤੁਸੀਂ ਬੁਲਾ ਕੇ ਕਹਿ ਸਕਦੇ ਹੋ ਕਿ ਐਕਟੀਵਿਟੀਜ਼ ਜਿਹੜੀਆਂ ਤੁਸੀਂ ਐਂਟੀ ਇੰਡੀਆ ਲੈ ਰਹੇ ਹੋ, ਵੀ ਡੋਂਟ ਐਪਰੀਸ਼ੀਏਟ ਇਟ। ਬਟ ਮਿਲਣਾ ਭਾਵੇਂ ਓਪੋਜ਼ਿੰਗ ਵਿਊ ਹੈ, ਇਟ ਸ਼ੁੱਡ ਬੀ ਕੰਸੀਡਰਡ ਪੋਜ਼ੀਟਿਵਲੀ। ਤੇ ਜੇ ਉਹਨਾਂ ਤੋਂ ਸਵਾਲ ਜਨਰਲ ਜੇ ਸਿੰਘ ਨੇ ਇਹ ਪੁੱਛਿਆ ਕਿ ਵਟ ਸਟੇਟਮੈਂਟ ਹੈਜ਼ ਬੀਨ ਮੇਡ ਐਂਡ ਵਟ ਹੈਜ਼ ਬੀਨ ਡਿਸਕਸਡ। ਜੇ ਤੁਸੀਂ ਮਿਲੇ ਹੋ, ਹੈਵ ਯੂ ਮੇਡ ਅ ਸਟਰੋਂਗ ਪ੍ਰੋ ਇੰਡੀਆ ਸਟੇਟਮੈਂਟ? ਹੈਵ ਯੂ ਟੋਲਡ ਦੈਮ ਕਿ ਜਿਹੜੇ ਤੁਸੀਂ ਐਂਟੀ ਇੰਡੀਆ ਚੀਜ਼ਾਂ ਕਰਦੇ ਹੋ ਉਹਨਾਂ 'ਤੇ ਰੋਕਥਾਮ ਲਾਓ, ਤੇ ਪੰਜਾਬ ਤੇ ਪੰਜਾਬੀ ਬੀਇੰਗ ਪਾਰਟ ਆਫ ਇੰਡੀਆ, ਦੈਟ ਇਜ਼ ਦ ਇੰਟੀਗਰਲ ਪਾਰਟ ਐਂਡ ਵੀ ਆਰ ਵੈਰੀ ਹੈਪੀ ਅਬਾਊਟ ਇਟ। ਤੇ ਇਹ ਮੈਸੇਜ ਜਾਣਾ ਸਟਰੋਂਗਲੀ, ਹਰ ਓਪਰਚੁਨਿਟੀ ਨੂੰ ਅਸੀਂ ਵੀ ਯੂਜ਼ ਕਰੀਏ। ਨਰੇਟਿਵ ਕੰਟਰੋਲ ਕਰਨਾ, ਤੇ ਇਹ ਸਾਰੀਆਂ ਚੀਜ਼ਾਂ ਇਸ ਇੱਕ ਓਪਰਚੁਨਿਟੀ ਤਰ੍ਹਾਂ ਵੀ ਲਿੱਤੀਆਂ ਜਾ ਸਕਦੀਆਂ। ਅਦਰਵਾਈਜ਼ ਜੇ ਮੈਨੂੰ ਕਹਾਂ ਜੀ ਮਿਲੇ ਹੀ ਕਿਉਂ, ਆਈ ਕੈਨ ਟਾਕ ਅਬਾਊਟ ਦੈਟ ਆਲਸੋ, ਬਿਕੋਜ਼ ਇਹਦੇ 'ਚ ਸਹੀ ਗਲਤ ਵਾਲੀ ਗੱਲ ਨਹੀਂ ਹੈ। ਇਹਦੇ 'ਚ ਹੈ ਕਿ ਤੁਸੀਂ ਕਿਸੇ ਵੀ ਸਿਚੁਏਸ਼ਨ ਨੂੰ ਹੈਂਡਲ ਕਿਵੇਂ ਕੀਤਾ, ਉਹਨੂੰ ਯੂਟੀਲਾਈਜ਼ ਕਿਵੇਂ ਕੀਤਾ। ਹੁਣ ਭਗਵੰਤ ਮਾਨ ਜੀ ਨੇ ਇਹਨੂੰ NRIs ਦੇ ਹਿੱਤ ਲਈ, NRIs ਪੰਜਾਬੀਆਂ ਦੇ ਬੈਨੀਫਿਟ ਲਈ, ਇੰਡੀਆ ਦੇ ਬੈਨੀਫਿਟ ਲਈ ਜੇ ਯੂਜ਼ ਕਰਨ, ਹੀ ਕੈਨ ਮੀਟ ਐਨੀਵਨ। ਕੱਲ੍ਹ ਨੂੰ ਜੇ ਤੁਸੀਂ ਕਿਸੇ ਐਂਟੀ ਪਾਰਟੀ ਨਾਲ ਵੀ ਮਿਲਦੇ ਹੋ ਫॉर द ਇੰਟਰਸਟ ਆਫ ਦ ਪੀਪਲ, ਇਟ ਇਜ਼ ਪਰਫੈਕਟਲੀ ਓਕੇ। ਹੁਣ ਯੂਕਰੇਨ ਰਸ਼ੀਆ ਦੀ ਲੜਾਈ ਉਹ ਮਿਲਣਗੇ ਤਾਂ ਖਤਮ ਹੋਏਗੀ। ਆਪਾਂ ਮੰਨ ਲੈਂਦੇ ਹਾਂ ਕਿ ਦੈਟ ਪਰਸਨ ਇਜ਼ ਐਬਸੋਲੂਟਲੀ ਐਂਟੀ ਇੰਡੀਆ, ਬਟ ਯੂਜ਼ ਇਟ ਐਜ਼ ਐਨ ਓਪਰਚੁਨਿਟੀ ਟੂ ਕ੍ਰੀਏਟ ਐਨ ਇਨਵਾਇਰਮੈਂਟ ਵਿਚ ਇਜ਼ ਪ੍ਰੋ ਇੰਡੀਆ, to tell them that how happy we are, and at the same time what could be done for Indian diaspora, Punjabi diaspora over there, because ultimately is a member parliament over there. ਹੁਣ UK ਦੇ ਪ੍ਰਾਈਮ ਮਿਨਿਸਟਰ ਨੇ ਆਣਾ, ਤੇ ਇਸ ਤਰ੍ਹਾਂ ਹੀ ਆਪਣੀ ਲੌਬੀ ਵੀ ਕ੍ਰੀਏਟ ਕੀਤੀ ਜਾਂਦੀ ਹੈ ਤੇ ਆਪਣਾ ਵੀ ਨੈਰੇਟਿਵ ਸੈੱਟ ਕੀਤਾ ਜਾਂਦਾ। ਸੋ ਮੁਲਾਕਾਤ ਹੋਈ, ਇਹ ਚਰਚਾ ਦਾ ਮੁੱਦਾ ਨਹੀਂ ਹੈ। ਮੁਲਾਕਾਤ 'ਚ ਗੱਲ ਕੀ ਹੋਈ ਹੈ? ਬਿਲਕੁਲ ਕੋਰ ਇਸ਼ੂਜ਼ ਕੀ ਨੇ? ਵੀ ਹੈਵ ਟੂ ਡੀਲ ਵਿਦ ਪੀਪਲ ਵਿਦ ਵੇਰੀਅਸ ਮਾਈਂਡਸੈਟ। ਜੇ ਉਹਨਾਂ ਦਾ ਮਾਈਂਡਸੈਟ ਤੁਹਾਨੂੰ ਲੱਗਦਾ ਕਿ ਇਜ਼ ਨਾਟ ਰਾਈਟ, ਉਹਨਾਂ ਨੂੰ ਫੈਕਚੁਅਲੀ ਕਰੈਕਟ ਕਰੋ ਕਿ ਬਈ ਦਿਸ ਇਜ਼ ਇੰਡੀਆ, ਇਹ ਗਰਾਊਂਡ ਸਿਚੁਏਸ਼ਨ ਹੈ। ਵਾਈ ਆਰ ਯੂ ਕ੍ਰੀਏਟਿੰਗ ਅ ਨੈਰੇਟਿਵ ਵਿਚ ਇਜ਼ ਨਾਟ ਰਾਈਟ? ਠੀਕ ਹੈ, ਵਾਈ ਆਰ ਯੂ ਆਸਕਿੰਗ UK ਗਵਰਨਮੈਂਟ ਟੂ ਟੇਕ ਐਂਟੀ ਇੰਡੀਆ ਇਨੀਸ਼ੀਏਟਿਵਸ? ਤੇ ਇਹਦਾ ਮਤਲਬ ਇਹ ਵਾ ਕਿ ਬਈ ਅਸੀਂ ਉਹਨਾਂ ਨੂੰ ਟਰਨ ਅਰਾਊਂਡ ਕਰੀਏ। ਇਹ ਸਾਡਾ ਭਗਵੰਤ ਮਾਨ ਜੀ ਦਾ ਵੀ ਇਹ ਗੋਲ ਹੋਣਾ ਚਾਹੀਦਾ ਤੇ ਸਾਡਾ ਵੀ ਇਹ ਗੋਲ ਹੋਣਾ ਚਾਹੀਦਾ। ਜੇ ਆਪਾਂ ਕਹਾਂਗੇ ਜੀ ਇਹਦੇ ਨਾਲ ਮਿਲਣਾ ਹੀ ਨਹੀਂ, ਇਟ ਮਾਈਟ ਨਾਟ ਬੀ ਦੀ ਪਰਫੈਕਟ ਸੋਲੂਸ਼ਨ ਐਟ ਦਿਸ ਸਟੇਜ। ਸਰ ਆਪ ਸਰਕਾਰ ਦੀ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਆਪ ਸਰਕਾਰ ਨੂੰ ਬੜੇ ਮਹੀਨਾ ਹੋ ਗਿਆ, ਜਿਵੇਂ ਆਪਾਂ ਡਿਸਕਸ ਕਰ ਰਹੇ ਸੀਗੇ ਕਿ ਤੁਸੀਂ ਹਮੇਸ਼ਾ ਕਹਿੰਦੇ ਸੀਗੇ ਕਿ ਪਰਫਾਰਮੈਂਸ ਅਸੈਸਮੈਂਟ ਹੋਣਾ ਚਾਹੀਦਾ, ਮਹੀਨੇ ਦਾ ਰਿਪੋਰਟ ਕਾਰਡ ਬਣਨਾ ਚਾਹੀਦਾ। ਉਹੀ ਹੋਇਆ, ਮਹੀਨੇ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ। ਇਹਨੂੰ ਕਿੱਦਾਂ ਦੇਖਿਆ ਜਾ ਸਕਦਾ? ਦੇਖੋ, ਮਹੀਨੇ ਦੇ ਰਿਪੋਰਟ ਕਾਰਡ ਦੇ ਵਿੱਚ ਕੀ ਪੇਸ਼ ਕੀਤਾ ਤੇ ਕੀ ਨਹੀਂ ਪੇਸ਼ ਕੀਤਾ, ਸਾਨੂੰ ਉਸ ਤਰ੍ਹਾਂ ਐਨਾਲਾਈਜ਼ ਕਰਨਾ ਚਾਹੀਦਾ। ਵੀ ਆਰ ਹੇਅਰ ਫॉर ਦ ਪੀਪਲ, ਪੰਜਾਬ ਟੁਡੇ ਇਜ਼ ਫॉर ਪੀਪਲ। ਕਾਫੀ ਚੀਜ਼ਾਂ ਕੀਤੀਆਂ ਨੇ। ਹੁਣ ਆਪਾਂ ਜਿਵੇਂ ਦੱਸਿਆ ਸੀ ਕਿ 16 ਤਰੀਕ ਨੂੰ ਖੁਸ਼ਖਬਰੀ ਦੇਣੀ ਸੀ, 300 ਯੂਨਿਟ ਫ੍ਰੀ ਕਰਤੇ ਨੇ, ਸਾਈਕਲ ਬਾਈ ਮੰਥਲੀ ਕਰਤਾ ਹੈ। ਤੇ ਇਹਦੇ 'ਚ ਡਿਫਰੈਂਸ ਕੀ ਹੈ ਪਹਿਲਾਂ ਵਾਲੀ ਸਕੀਮ ਤੋਂ? ਹੁਣ ਤਾਂ ਇੱਕ ਤਾਂ ਕਾਫੀ ਲੋਕਾਂ ਲਈ 200 ਯੂਨਿਟ ਤੱਕ ਫ੍ਰੀ ਸੀ, ਪਰ ਉਹਨੂੰ 300 ਕਰਤਾ ਹੈ। ਸੈਕੰਡਲੀ ਸਰਟਨ ਕੈਟੇਗਰੀਜ਼ ਆਫ ਪੀਪਲ ਵਿਚ ਆਰ ਬਿਲੋ ਪੋਵਰਟੀ ਲਾਈਨ, ਵਿਚ ਆਰ ਸ਼ੈਡਿਊਲ ਕਾਸਟ, ਸ਼ੈਡਿਊਲ ਟਰਾਈਬ, ਤੇ ਜਿਹੜੇ ਇਨਫੈਕਟ ਉੱਥੋਂ ਨੇ ਜਿਨ੍ਹਾਂ ਨੇ ਇੰਡੀਪੈਂਡੈਂਸ ਦੇ ਵਿੱਚ ਜਿਨ੍ਹਾਂ ਨੇ ਕੰਟਰੀਬਿਊਟ ਕੀਤਾ ਸੀ, ਜਿਨ੍ਹਾਂ ਫੈਮਲੀਆਂ ਨੇ, ਉਹਨਾਂ ਦੇ 2 ਮਹੀਨੇ ਦੇ 600 ਯੂਨਿਟ ਫ੍ਰੀ ਰਹਿਣਗੇ। ਤੇ ਜੇ ਉਹਨਾਂ ਨੇ ਉਸ ਤੋਂ ਵੱਧ ਯੂਨਿਟ ਕੰਜ਼ਿਊਮ ਕੀਤੇ, ਬਸ ਉਹ ਇਨਕਰੀਮੈਂਟਲ ਯੂਨਿਟ ਦਾ ਹੀ ਪੇ ਕਰਨਾ ਪਏਗਾ। ਪਰ ਮੈਨੂੰ ਜੋ ਇੰਟਰਸਟਿੰਗ ਗੱਲ ਲੱਗੀ, ਉਹ ਲੱਗੀ ਕਿ 300 ਯੂਨਿਟ ਸਾਰਿਆਂ ਦੇ ਫ੍ਰੀ ਹੋ ਸਕਦੇ ਨੇ, ਬਸ਼ਰਤੇ ਅਸੀਂ 300 ਯੂਨਿਟ ਦੇ ਵਿੱਚ ਹੀ ਰਹੀਏ। ਹੁਣ ਇਹ ਇੱਕ ਇਨਸੈਂਟਿਵ ਹੈ ਲੋਕਾਂ ਲਈ ਕਿ ਵੀ ਤੁਸੀਂ AC ਛੱਡੋ, ਤੁਸੀਂ ਹਰ ਚੀਜ਼ ਨੂੰ ਦੇ ਵਿੱਚ ਜਿਹੜੇ એનર્ਜੀ ਕੰਜ਼ਿਊਮ ਕਰਦੇ ਉਹਨੂੰ ਘੱਟ ਕਰੋ। ਇਹ ਮੈਨੂੰ ਲੱਗਦਾ ਕਿ ਸਾਡੀ એનર્ਜੀ ਡਿਮਾਂਡ ਲਈ ਵੀ ਵਧੀਆ ਹੋ ਸਕਦਾ ਹੈ, ਬਟ ਐਟ ਦੀ ਸੇਮ ਟਾਈਮ ਇਹ ਹੈਲਦੀ ਵੀ ਆ। ਹੁਣ ਮੇਜਰ ਖਰਚਾ ਬਿਜਲੀ ਦਾ ਕਦੋਂ ਹੁੰਦਾ? ਤੁਸੀਂ ਹਰ ਵੇਲੇ
ਯੂ نو ਹੀਟਰ ਜਾਂ ਹਰ ਵੇਲੇ ਤੁਸੀਂ ਏਸੀ ਚਲਾਈ ਰੱਖੋਗੇ, ਇਟ ਬਿਕਮਸ ਉਹ ਜ਼ਿਆਦਾ એનર્ਜੀ ਕੰਜ਼ਿਊਮ ਕਰਦੇ ਨੇ। ਤੇ ਤੁਸੀਂ ਸਮਾਰਟਰ ਤਰੀਕੇ ਨਾਲ એનર્ਜੀ ਨੂੰ ਕੰਜ਼ਿਊਮ ਕਰੋ, ਮੈਨੂੰ ਲੱਗਦਾ ਬੈਟਰ ਰਹੇਗਾ। ਤੇ ਇਟ ਇਜ਼ ਅ ਗੁੱਡ ਇਨਸੈਂਟਿਵ ਕਿ ਜਿਹੜੇ ਮਿਡਲ ਕਲਾਸ ਲੋਕੀ ਨੇ ਉਹ ਐਟਲੀਸਟ ਆਪਣੀ ਕੰਜ਼ੰਪਸ਼ਨ ਨੂੰ ਘੱਟ ਕਰਨ ਤੇ 600 ਯੂਨਿਟ ਦੇ ਥੱਲੇ ਰਹਿਣ ਦੀ ਕੋਸ਼ਿਸ਼ ਕਰਨ, ਬਟ ਉਹ ਪਲੇ ਨਾ ਕਰਨ ਗੌਰਮੈਂਟ ਨੂੰ। ਇਹ ਨਹੀਂ ਹੈ ਕਿ ਬਈ ਹੁਣ 2 ਲੋਕੀ ਘਰ ਰਹਿੰਦੇ ਨੇ ਜਾਂ ਜੁਆਇੰਟ ਫੈਮਿਲੀ ਅੱਧਾ ਕਰਵਾ ਲੈਣ ਜਾਂ ਬਿੱਲ 2 ਮੀਟਰ ਲਗਵਾ ਲੈਣ, ਇਹੋ ਜਿਹੀ ਕਰਪਸ਼ਨ ਨਾ ਹੋਵੇ। ਸਿਸਟਮ ਨੂੰ ਕੀ ਕਹਿੰਦੇ ਉਹਦੀ ਮਿਸਯੂਜ਼ ਨਹੀਂ ਹੋਣਾ ਚਾਹੀਦਾ, ਉਹਦਾ ਯੂਜ਼ ਹੋਣਾ ਚਾਹੀਦਾ। ਯੂਜ਼ ਇਹ ਵਾ ਕਿ ਤੁਸੀਂ ਆਪਣੀ એનર્ਜੀ ਕੰਜ਼ੰਪਸ਼ਨ ਘੱਟ ਕਰ ਦਿਓ, ਮਿਸਯੂਜ਼ ਇਹ ਵਾ ਕਿ ਤੁਸੀਂ ਮੀਟਰ 4 ਲਵਾ ਲਓ। ਨਾਓ ਦੈਟ ਇਜ਼ ਸਮਥਿੰਗ ਦੈਟ ਹੈਜ਼ ਟੂ ਬੀ ਲੁਕਡ ਇਨਟੂ। ਗੌਰਮੈਂਟ ਨੂੰ ਅਬਜ਼ਰਵ ਕਰਨਾ ਚਾਹੀਦਾ ਕਿ ਇਹੋ ਜਿਹਾ ਇੱਕ ਮਿਸਯੂਜ਼ ਮੈਨੂੰ ਨਜ਼ਰ ਆਉਂਦਾ ਹੈ, ਰਾਈਟ। ਤੇ ਜਦੋਂ ਇਹ ਚੀਜ਼ਾਂ ਹੋਣਗੀਆਂ ਨਾ, ਜਿਵੇਂ ਆਪਾਂ ਉਦੋਂ ਵੀ ਡਿਸਕਸ ਕੀਤਾ ਸੀ, ਲੋਕਾਂ ਲਈ ਇਨਸੈਂਟਿਵ ਹੈ ਬਿੱਲ ਵੀ ਪੇ ਕਰਨ ਦਾ। ਜੀ, ਜਿਨ੍ਹਾਂ ਦਾ 600 ਯੂਨਿਟ ਫਰੀ ਨੇ ਉਹਨਾਂ ਦੇ ਜੇ 50 ਯੂਨਿਟ ਆਏ ਉਹ ਪੇ ਕਰ ਦੇਣਗੇ। ਹੁਣ ਜਿਹਨੂੰ ਲੱਗਦਾ ਕਿ ਮੈਂ 600 ਦੇ ਥੱਲੇ ਰੱਖਾਂ ਤੇ ਮੇਰੇ ਬਿੱਲ ਬਹੁਤ ਬਚ ਸਕਦੇ, ਲੈਟਸ ਸੇ ਕਿਸੇ ਦਾ ਇਮੈਜਿਨ ਕਰੋ 640 ਯੂਨਿਟ ਸੀ ਪਰ ਉਹ ਇਹਨਾਂ 4 ਕੈਟੇਗਰੀਜ਼ ਨਹੀਂ ਸੀ। ਹੁਣ ਉਹ ਸੋਚੇਗਾ ਮੈਂ 40 ਯੂਨਿਟ ਜਿਹੜੇ ਐਕਸਟਰਾ ਖਰਚ ਕੀਤੇ ਆ, ਜੇ ਮੈਂ ਨਾ ਕਰਾਂ ਮੇਰਾ ਤਾਂ ਫ੍ਰੀ ਹੋ ਜਾਣਾ ਬਿੱਲ। ਹੁਣ ਉਹਨੂੰ ਉਹ ਆਪਣੇ ਆਪ ਉਹਦਾ ਦਿਮਾਗ ਕੈਲਕੂਲੇਟ ਕਰੇਗਾ ਕਿ ਮੈਂ ਕਿੱਥੇ ਕਿੱਥੇ ਬੰਦ ਕਰ ਸਕਦਾ, ਕਿੱਥੇ ਆਪਣੇ ਬੱਚਿਆਂ ਨੂੰ ਕਹੇਗਾ ਲਾਈਟਾਂ ਔਨ ਨਾ ਛੱਡੋ, ਜਿਸ ਕਮਰੇ 'ਚ ਨਹੀਂ ਬੈਠੇ ਉੱਥੋਂ ਦੇ ਪੱਖੇ ਬੰਦ ਕਰੋ, ਏਸੀ ਕੂਲਰ ਮਿਨੀਮਮ ਯੂਟੀਲਾਈਜ਼ ਕਰੋ, ਕੂਲਰ ਵੀ ਚਲੋ, ਕੈਲਕੂਲੇਸ਼ਨ ਆਪਣੇ ਆਪ ਸਟਾਰਟ ਹੋ ਜਾਣਗੀਆਂ ਤੇ ਇਹਦੇ ਸਾਨੂੰ ਸ਼ਾਇਦ ਕੁਝ ਇੰਪੈਕਟ ਵੀ ਮਿਲਣ। ਬਸ ਸਿੰਸੈਰਿਟੀ ਨਾਲ, ਪੋਜ਼ਿਟਿਵ ਤਰੀਕੇ ਨਾਲ ਇਹ ਚੀਜ਼ਾਂ ਇੰਪਲੀਮੈਂਟ ਹੁੰਦੀਆਂ ਨਾ, ਇਟ ਵਿਲ ਬੀ ਗੁੱਡ ਫॉर ਦੀ ਸਟੇਟ। ਮਹੀਨੇ ਦਾ ਰਿਪੋਰਟ ਕਾਰਡ ਐਨਾਲਿਸਿਸ, ਤੁਸੀਂ ਜੇ ਮਹੀਨੇ ਦੇ ਰਿਪੋਰਟ ਕਾਰਡ ਦੀ ਗੱਲ ਕਰਾਂ, ਐਨੀਵੇ ਦੇ ਹੈਵ ਮੇਡ ਦੀ ਸਟੇਟਮੈਂਟ ਕਿ ਬਈ ਸੈਂਡ ਜਿਹੜੀ ਮਾਈਨਿੰਗ ਪੋਲਿਸੀ ਹੈ ਕੰਪਰੀਹੈਂਸਿਵਲੀ ਆਏਗੀ ਤੇ ਉਹ ਆਉਣੀ ਵੀ ਕੰਪਰੀਹੈਂਸਿਵਲੀ ਚਾਹੀਦੀ ਹੈ। ਇਸ ਤਰ੍ਹਾਂ ਜਸਟ ਬਿਕੋਜ਼ ਤੁਹਾਡੇ ਤੇ ਮੀਡੀਆ ਦਾ ਪ੍ਰੈਸ਼ਰ ਹੈ ਕਿ ਸਾਨੂੰ ਕੁਛ ਨਾ ਕੁਛ ਅਨਾਊਂਸ ਕਰਨਾ, ਕਿਉਂਕਿ ਉਹ ਮੇਜਰ ਮੁੱਦਾ ਸੀ, ਜਲਦੀ 'ਚ ਕਰਨ ਦੀ ਲੋੜ ਵੀ ਨਹੀਂ ਹੈ। ਸੋ ਆਈ ਗਿਵ ਦੈਮ ਫ੍ਰੀ ਸਲੇਟ ਇਨ ਦੈਟ ਕਿ ਬਈ ਲੈਟ ਇਟ ਕਮ। ਲਾਅ ਐਂਡ ਆਰਡਰ ਇੱਕ ਮੇਜਰ ਮੁੱਦਾ ਹੈ ਜੋ ਸਾਨੂੰ ਵੇਖਣਾ ਚਾਹੀਦਾ। ਦੇਰ ਹੈਵ ਬਿਨ ਸਮ ਇੰਸੀਡੈਂਸਿਸ ਵਿਚ ਆਰ ਵਰਿੰਗ ਅਸ ਕਿ ਬਈ ਇਸ ਤਰ੍ਹਾਂ ਖੁੱਲ੍ਹਮ ਖੁੱਲ੍ਹਾ ਜੇ ਕਤਲ ਹੋਣਗੇ, ਇਹ ਇੱਕ ਚੀਜ਼ ਹੈ ਜਿੱਤੇ ਕੰਟਰੋਲ ਕਰਨ ਦੀ ਲੋੜ ਹੈ। ਤੇ ਨਸ਼ੇ ਦੀ ਗੱਲ ਨਹੀਂ ਹੋ ਰਹੀ ਹੈ, ਉਹਨੂੰ ਕੁਆਂਟੀਫਾਈ ਨਹੀਂ ਕੀਤਾ ਜਾ ਰਿਹਾ ਕਿ ਬਈ ਕਿੰਨਾ ਨਸ਼ਾ ਆ ਰਿਹਾ ਹੈ, ਕਿੰਨੀ ਕੰਜ਼ੰਪਸ਼ਨ ਘਟੀ ਹੈ ਜਾਂ ਤਸਕਰੀ ਕਿੰਨੀ ਰੋਕੀ ਗਈ ਹੈ, ਕਿੰਨੇ ਲੋਕੀ ਹੋਰ ਐਕਸਟਰਾ ਫੜੇ ਗਏ ਨੇ। ਇਹ ਇੱਕ ਇਨਫੋਰਮੇਸ਼ਨ ਮੈਂ ਚਾਹੁੰਦਾ ਕਿ ਲੋਕਾਂ 'ਚ ਜਾਵੇ, ਲੋਕਾਂ ਨੂੰ ਹੌਸਲਾ ਹੋਏਗਾ ਕਿ ਜੇ ਆਪਾਂ ਨਸ਼ੇ ਦੇ ਜਿਹੜੇ ਦੁਰਪ੍ਰਭਾਵ ਨੇ ਆਪਾਂ ਬੜੀ ਡਿਟੇਲ ਨਾਲ ਡਿਸਕਸ ਕੀਤੇ ਨੇ ਕਿ ਸਿਰਫ ਜਿਹੜਾ ਨਸ਼ਾ ਕਰਦਾ ਉਹਦਾ ਨੁਕਸਾਨ ਨਹੀਂ ਹੈ, ਆਸ-ਪਾਸ ਪੂਰੀ ਸੁਸਾਇਟੀ ਦਾ, ਪੂਰੇ ਸਿਸਟਮ ਦਾ, ਪੂਰੀ ਸਟੇਟ ਦਾ ਕਿਵੇਂ ਨੁਕਸਾਨ ਹੋ ਰਿਹਾ ਹੈ, ਕਿਤੇ ਇਨਵੈਸਟਮੈਂਟ ਨਹੀਂ ਆ ਰਹੀਆਂ, ਨੇਬਰਹੁੱਡ ਡਿਸਟਰੋਏ ਹੋ ਰਹੇ ਨੇ, ਕੰਪਨੀਆਂ ਲੋਕਾਂ ਨੂੰ ਉਹੋ ਜਿਹੇ ਏਰੀਆ 'ਚ ਹਾਇਰ ਨਹੀਂ ਕਰਨਾ ਚਾਹੁੰਦੀਆਂ, ਤੇ ਸਾਰੀਆਂ ਪ੍ਰੋਬਲਮਸ ਪੰਜਾਬੀ ਫੇਸ ਕਰਦੇ ਪਏ ਨਾ। ਤੇ ਇਸ ਕਰਕੇ ਇਹ ਵੀ ਇੱਕ ਕ੍ਰਿਟੀਕਲ ਮੁੱਦਾ ਰਹੇਗਾ ਜੇ ਤੁਸੀਂ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਲੈ ਕੇ ਜਾਣਾ ਹੈ। ਤਾਂ ਲਾਅ ਐਂਡ ਆਰਡਰ ਕ੍ਰਿਟੀਕਲ ਹੈ। ਆਫ ਕੋਰਸ CM ਭਗਵੰਤ ਮਾਨ ਨੇ ਇਹ ਸਟੇਟਮੈਂਟ ਤੇ ਸਾਰੇ SSPs ਤੇ ਕਮਿਸ਼ਨਰਸ ਨੂੰ ਦਿੱਤੀ ਹੈ ਕਿ ਤੁਸੀਂ ਆਪਣੇ ਏਰੀਆ ਦੇ ਲਾਅ ਐਂਡ ਆਰਡਰ ਰਿਸਪੌਂਸਿਬਲ, ਅਦਰ ਯੂ ਵਿਲ ਬੀ ਹੈਲਡ ਪਰਸਨਲੀ ਰਿਸਪੌਂਸਿਬਲ। ਹੁਣ IPS ਉਹਨੂੰ ਕਿੰਨਾ ਸੀਰੀਅਸਲੀ ਲੈਂਦੇ ਨੇ, ਰਾਈਟ। ਰਿਸਪੌਂਸਿਬਲ ਤਾਂ ਪਹਿਲਾਂ ਵੀ ਸੀ, ਹੈ ਨਾ। ਹੁਣ ਕਿੰਨੀ ਸਖਤੀ ਨਾਲ ਅਕਾਊਂਟੇਬਿਲਿਟੀ ਆਉਂਦੀ ਹੈ, ਕੀ ਸਿਸਟਮ ਆਉਂਦੇ ਨੇ, ਇਹ ਡਿਪੈਂਡ ਕਰੇਗਾ। ਹੁਣ ਪਹਿਲਾਂ ਤਾਂ ਦੇਖੋ ਪਹਿਲੀਆਂ ਦੀ ਸਰਕਾਰਾਂ 'ਚ ਤੇ ਉਹ ਕਹਿੰਦੇ ਨੇ ਕਿ ਬਈ ਖਰਚੇ ਬੰਨੇ ਹੋਏ ਸੀ ਕਿ ਵੀ ਤੁਸੀਂ ਜੇ ਇੱਥੋਂ ਦੇ ਹੋ ਤੇ ਤੁਹਾਨੂੰ ਪੈਸੇ ਦੇ ਕੇ ਤੁਸੀਂ ਲੱਗਦੇ ਹੀ ਤੇ ਤੁਸੀਂ ਪੈਸੇ ਉੱਤੇ ਚੜਾਉਣੇ ਆ, ਤੇ ਜੇ ਤੇ ਸਰਕਾਰਾਂ ਉੱਤੋਂ ਹੀ ਮੰਗਣੀਆਂ ਸ਼ੁਰੂ ਕਰ ਦੇਣਗੀਆਂ। ਆਈ ਐਮ ਸ਼ੋਰ ਕਿ ਜਿਹੜਾ ਇੰਨਾ ਪੜ੍ਹਿਆ ਲਿਖਿਆ ਬੰਦਾ ਇੰਨਾ ਕੰਪੀਟੀਟਿਵ ਇਨਵਾਇਰਨਮੈਂਟ ਤੋਂ ਆਉਂਦਾ ਉਹ ਵੀ ਪ੍ਰੈਸ਼ਰ ਫੀਲ ਨਹੀਂ ਕਰੇਗਾ, ਉਹ ਵੀ ਸਿਸਟਮ ਬਦਲੇਗਾ। ਹੁਣ ਇੱਥੇ ਸਿਰਫ ਤੇ ਸਿਰਫ ਸਰਕਾਰ ਦੀ ਜ਼ਿੰਮੇਵਾਰੀ ਆ ਕਿ ਲਾਅ ਐਂਡ ਆਰਡਰ ਆਪਣੇ ਆਪ ਚੇਂਜ ਹੋ ਜਾਏਗਾ। ਜੇ ਮੈਂ ਪਬਲਿਕ ਸਟੇਟਮੈਂਟ ਤੇ ਇਹ ਦੇ ਦਾਂ, ਰਾਈਟ, ਜੋ ਪਹਿਲੀਆਂ ਸਰਕਾਰਾਂ 'ਚ ਹੁੰਦਾ ਸੀ ਜਾਂ ਕਈ ਸਰਕਾਰਾਂ ਸਾਡੇ ਹੁੰਦੇ ਆ ਕਿ ਬਈ ਤੁਸੀਂ ਇੱਥੋਂ ਦੇ SSP ਹੋ, ਅੱਛਾ ਤੁਹਾਡਾ ਹੈ ਡਿਸਟ੍ਰਿਕਟ ਹੈ, ਤੁਸੀਂ ਜੀ ਮਹੀਨੇ ਦਾ 50 ਕਰੋੜ ਫੜਾਉਣਾ ਹੈ, ਤੁਸੀਂ ਮਹੀਨੇ ਦਾ 100 ਕਰੋੜ ਫੜਾਉਣਾ ਹੈ। ਇਹ ਗੱਲਾਂ ਨਾ ਓਪਨ ਸੀਕ੍ਰੇਟਸ ਰਹੇ ਨੇ, ਤੇ ਜਦੋਂ ਹੁਣ ਉਹ ਉੱਤੋਂ ਨਹੀਂ ਮੰਗਿਆ ਜਾਏਗਾ ਤਾਂ ਥੱਲੇ ਆਪਣੇ ਆਪ ਬੰਦ ਹੋ ਜਾਏਗਾ। ਜਦ ਮੈਂ ਕਿਸੇ ਨੂੰ, ਮੇਰੇ ਤੇ ਪ੍ਰੈਸ਼ਰ ਹੀ ਨਹੀਂ ਤਾਂ ਮੇਰਾ ਤਬਾਦਲਾ ਪਤਾ ਨਹੀਂ ਕਿੱਥੇ ਹੋ ਜਾਏਗਾ। ਮੇਰੇ ਤੇ ਉਹ ਪ੍ਰੈਸ਼ਰ ਨਹੀਂ ਆ, ਮੈਨੂੰ ਉਹ ਰਿਸਕ ਨਹੀਂ ਆ, ਮੇਰੇ ਤੇ ਬਿਨਾਂ ਵਜ੍ਹਾ ਦੀ ਕਾਰਵਾਈ ਨਹੀਂ ਹੋਏਗੀ, ਤੇ ਮੈਨੂੰ ਬੇਈਮਾਨੀ ਕਰਨ ਦੀ ਕੀ ਲੋੜ ਹੈ। ਇੱਕ IPS IAS ਦੀ ਲਾਈਫ ਇੱਕ CEO ਵਰਗੀ ਹੁੰਦੀ ਹੈ। ਉਹਨਾਂ ਨੂੰ ਸਿਰਫ ਤਨਖਾਹ ਤੇ ਚਲੋ ਵਧੀਆ ਮਿਲਦੀ ਆ, ਬਟ ਅਪਾਰਟ ਫਰੋਮ ਦੈਟ ਦੇ ਹੈਵ ਗੁੱਡ ਲਾਈਫ ਸਟਾਈਲ, ਨੌਕਰ ਚਾਕਰ, ਘਰ, ਰਿਸਪੈਕਟ, ਸਭ ਕੁਛ ਤਾਂ ਹੈਗਾ। ਮੇਰੀ ਕਈ IAS IPS ਅਫਸਰਾਂ ਨਾਲ ਆਈ ਹੈਵ ਕਲੋਜ਼, ਦੇ ਆਰ ਮਾਈ ਕਲੋਜ਼ ਫਰੈਂਡਸ, ਉਹ ਕਹਿੰਦੇ ਸਾਨੂੰ ਪੈਸੇ ਦੀ ਲੋੜ ਨਹੀਂ, ਦੇਰ ਆਰ ਲੋਟ ਆਫ ਪ੍ਰੈਸ਼ਰਸ। ਪੈਸਾ ਉਹਨਾਂ ਲਈ ਟੈਨਸ਼ਨ ਹੀ ਬਣ ਜਾਂਦਾ। ਅੱਜ ਦੀ ਡੇਟ 'ਚ ਸਿਸਟਮ ਇਹੋ ਜਿਹਾ ਨੇ ਕਿ ਪੈਸੇ ਨੂੰ, ਬਲੈਕ ਦੇ ਪੈਸੇ ਨੂੰ ਮੈਨੇਜ ਕਰਨਾ ਇੱਕ ਤੁਹਾਡੀ ਲਾਈਫ ਸਟਾਈਲ ਨੂੰ ਖਰਾਬ ਕਰਦਾ, ਤੁਹਾਡੀ ਸਿਹਤ ਨੂੰ। ਬਸ ਮਨ 'ਚ ਲਾਲਚ ਨਹੀਂ ਹੋਣਾ ਚਾਹੀਦਾ। ਤੇ ਜੇ ਉੱਤੋਂ ਪ੍ਰੈਸ਼ਰ ਨਹੀਂ ਆਏਗਾ, ਮੈਨੂੰ ਲੱਗਦਾ ਹੈ ਕਿ ਸਾਡੀ ਬਿਊਰੋਕ੍ਰੇਸੀ, ਉਹ ਵੀ ਤਾਂ ਇੰਡੀਆ ਦੇ ਸਿਟੀਜ਼ਨ ਨੇ, ਉਹ ਵੀ ਰਿਸਪੌਂਡ ਕਰਨਗੇ ਕਿ ਅਸੀਂ ਵੀ ਕੰਟਰੀਬਿਊਟ ਕਰੀਏ। ਤੇ ਜੇ ਗੌਰਮੈਂਟ ਸਖਤੀ ਨਾਲ ਤੇ ਆਪਣੀ ਇਮਾਨਦਾਰੀ ਵਿਖਾਏਗੀ ਤੇ ਆਪਣੇ ਆਪ ਇਹਦੇ ਰਿਜ਼ਲਟ ਤੁਹਾਨੂੰ ਨਜ਼ਰ ਆਣਗੇ ਛੇਤੀ। जी सर, ਹੁਣ लहंदे पंजाब वाला आते हैं। पाकिस्तान में शहबाज शरीफ जो नए PM बने हैं, उनका नया कैबिनेट बनना जा रहा है। ये जो नई सरकार बनेगी सर पाकिस्तान में, इससे भारत के साथ जो रिलेशनशिप है उस पर कितना फ़र्क पड़ सकता है? Zero. Let me tell you right now, zero. ਪਹਿਲਾਂ ਤੇ ਵੀ ਡਿਸਕਸ ਦੈਟ ਡੇ ਆਲਸੋ
कि इन्होंने तो सबसे पहले मिनिस्ट्रियां ही बांटते रह जाना और अभी तक मिनिस्ट्रियां अनाउंस नहीं हुई हैं। अब देखो जो टर्म्स यूज़ कर रहे हैं, जो जरदारी साहब हैं जो पीपीपी के को चेयरमैन हैं, राइट, वो गारंटर हैं। टर्म देखिए, गारंटर हैं कोएलिशन के कि भाई जिसका जो हिस्सा बनता है उसको मिलेगा। हिस्से का मतलब है मिनिस्ट्री। सो जो हम लास्ट डे भी डिस्कस कर रहे थे कि जब तक तो ये मिनिस्ट्री बांटने में इन्होंने रह जाना है, फिर ये देखेंगे कि इस मिनिस्ट्री के पास कितने फंड पड़े हैं, उसमें कितने प्रोजेक्ट हैं, कितने हमारे बन सकते हैं। तो और सेकेंडली फॉरेन पॉलिसी में एक मैं कहता फुल मेजॉरिटी के साथ जो पीएम आए उनकी फ्री से नहीं थी। ये तो कोलिशन गवर्नमेंट है जो वैसे ही आर्मी की सपोर्ट से बनी है, तो इनके तो बस की बात ही नहीं है क्योंकि ये फॉरेन पॉलिसी में एक आयोटा भी डिफरेंस डाल पाएँ। तो उस मामले में आप चिंता मत करिए, भारत और पाकिस्तान के रिश्तों में कोई बदलाव नहीं होने वाला जी। तो चाहे सुधार हो चाहे बिगड़ाव हो, कुछ भी किसी डायरेक्शन में नहीं, तो इसको तो आप भूल ही जाइए। अब बात यह है कि पाकिस्तान के अंदर भी अब ये कोलिशन गवर्नमेंट का यही रिजल्ट रहता है। एक वीक गवर्नमेंट जो होती है वो अपने लोगों के इंटरेस्ट के लिए कुछ नहीं कर पाती, और पाकिस्तान की तो हिस्ट्री रही है, इट हैज़ बीन यूज्ड एज अ वेसल गवर्नमेंट बाय दूसरी देशों के लिए की पॉलिसी का औजार बन जाते हैं, राइट। तो ये वहाँ पे आर्मी और स्ट्रांग होकर निकलेगी, आप देखिएगा आर्मी की इंटरफेरेंस और पावर और बढ़ेगी। सर रशिया यूक्रेन वॉर पे आते हैं। जेलेंस्की वाज नॉट टू लीव टेरिटरी टू एंड द वॉर, सो ही विल कीप ऑन फाइटिंग। हाउ डू यू सी दिस? तो जो चेल्सी फुटबॉल क्लब के ओनर हैं रोमन अब्रामोविच, तो वो पुतिन के क्लोज हैं। तो एज एन अनऑफिशियल मीडिएटर वो यूक्रेन गए हैं बात करने के लिए, हमें टॉक्स को रिज्यूम करना चाहिए। अल्टीमेटली रशिया के भी इंटरेस्ट में यही है और यूक्रेन में तो डेफिनेटली उनके इंटरेस्ट में कि ये टॉक्स हों और ये बात खत्म हो, राइट। और अगर वो आपस में बैठ के बात करेंगे, क्योंकि नेटो और वेस्टर्न कंट्रीज तो उनको सिर्फ हथियार देते जाएंगे, उनका कोई इंटरेस्ट नहीं है ये वॉर रुके। देखो यूएसए का एक प्राइमरी इंटरेस्ट है कि जो यूरोप की क्लोजनेस बढ़ रही थी, रशिया पे डिपेंडेंसी बढ़ रही थी, उसको खत्म करें। अब उन्होंने जो नॉर्डिक लाइन दूसरी जो जर्मनी और रशिया के बीच में पाई उसको बंद करवा दिया। सारे यूरोपियन कंट्रीज कह रही हैं कि अब हम रशिया से नहीं लेंगे ऑयल एंड गैस, वो अपने आप को बेसिकली रशिया से हटा के दूसरे सोर्सेज की तरफ लेके जा रहे हैं। तो उन्होंने दो नेबर्स के बीच में एक डिवाइड खड़ा कर दिया है। तो ये यूएसए के स्ट्रेटेजिक इंटरेस्ट को इस वक्त सूट कर रहा है कि ये लड़ाई चलती रहे। ना तो इसमें यूरोप का फ़ायदा, यूक्रेन का तो बिल्कुल नहीं, और ना ही अब रशिया का फ़ायदा है। तो इसका मतलब ये है कि जब तक यूएसए को इस डिस्कशन से ही बाहर कर देना चाहिए। यूके के प्राइम मिनिस्टर बोरिस जॉनसन भारत आ रहे हैं, उनसे पूछना चाहिए भाई अपने लोगों के इंटरेस्ट का ध्यान रखो। रशिया से डिपेंडेंसी हटा के कहीं और से महंगी सोर्स से लोगे, अपने नेबरहुड में वॉर क्रिएट कर रहे हो यूएसए के कहने पे। सो ये तो दे आर नॉट अ सॉवरन नेशंस। वो अपनी यूरोपियन वैल्यूज सब जगह फैला रहे हैं कि भाई वी आर द राइट वे, दिस इज हाउ द सोसाइटी शुड बी, बट दैट आई डोंट थिंक दे आर टेकिंग केयर ऑफ द इंटरेस्ट ऑफ देयर ओन लोकल रेजिडेंट। जो यूएस के स्ट्रेटेजिक इंटरेस्ट हैं वो उस पर चल रहे हैं। आपने अपने नेबरहुड में वॉर शुरू करवा दी और दो देशों को लड़वा दिया, क्या गारंटी? और हिस्ट्री गवाह है ये कहीं भी फैल सकती है। और आज की डेट में जो देशों की कैपेबिलिटीज़ हैं, जो हाइपरसोनिक वेसल्स हैं, वेपन्स हैं, जो न्यूक्लियर सिस्टम्स हैं, हाउ कैन यू टेक दैट रिस्क? आप यूएसए को बोलो कि लेट इट बी और हमने नेटो को और एक्सपेंड ही नहीं करना। व्हाट स्ट्रेटेजिक गोल यू आर ट्राइंग टू अचीव अपार्ट फ्रॉम थ्रेटनिंग रशिया? और वो गोल है भी किसका? यूएसए का। नेटो को छोड़ो, हमें यूरोपियन कंट्रीज को क्या लेना देना है? क्या किसी भी यूरोपियन कंट्री का ये स्ट्रेटेजिक व्यू है कि उन्होंने रशिया पे कब्जा करना है या रशिया से फ्यूचर में वॉर करनी है? उनका कोई जियोपॉलिटिकल गोल ही नहीं है ऐसा। गोल किसका है? सिर्फ यूएसए का फॉर पैन अमेरिकाना पॉलिसी है जो उनकी हेजेमनी बनी रहे, राइट। तो ये इस वक्त एक डेंजरस सिचुएशन बनी हुई है। ज़ेलेंस्की को पहले भी यूएस की सपोर्ट से आए थे, मेरे को नहीं पता उनके पास कितनी इस वक्त पॉलिटिकल गुडविल या पावर या रिसोर्सेज हैं कि अगर उनको यही डर हो कि जिस दिन मैंने ये लिया उसी दिन मेरे को ही हटा दिया जाएगा, तो वो एक सोचने वाली बात है। सर प्लस मैं पढ़ रही थी कि जेलेंस्की का ये भी बयान रहा है कि वो इनवाइट करेंगे अपने फ्रेंच काउंटर पार्ट मैक्रोन को टू सी एविडेंस ऑफ जेनोसाइड बाय रशिया। सो इज इट रियली अ जेनोसाइड सर? लुक, people are being killed, it is whoever you want to blame it on, आप इसकी सोर्स तक जाके किसी पे भी ब्लेम कर दो। नॉट रशिया इज ऑल्सो रिस्पॉन्सिबल, यूक्रेन इज ऑल्सो रिस्पॉन्सिबल, पॉलिटिशियंस ऑफ यूक्रेन आर ऑल्सो रिस्पॉन्सिबल, पॉलिटिशियंस ऑफ यूएसए एंड ऑल दोस कंट्री। आम बंदे का थोड़ा रोल है, यूएसए का भी कोई आम आदमी थोड़ा ये कह रहा है। पॉलिटिशियंस आर रिस्पॉन्सिबल, और जिसको बुला रहे हैं दैट प्रेसिडेंट इज ऑल्सो रिस्पॉन्सिबल, Macron is also responsible. These politicians are taking decisions on our behalf, and who is then someone is responsible, and it is a genocide when people are being killed. और genocide की जो मैं ट्रेडिशनल डेफिनेशन को अगर छोड़ भी दूं, पर एक बहुत वीक नेशन है, एक स्ट्रांग नेशन है,
लोग तो आम मर रहे हैं ना, जी। तो इट इज़ अ जेनोसाइड, बट रिस्पॉन्सिबिलिटी डज नॉट लाई ओनली एट द डोर्स ऑफ पुतिन। इसकी रिस्पॉन्सिबिलिटी हर उस पॉलिटिशियन की है जो किसी एक देश के हेजिमोनिक इंटरेस्ट के कारण या अपने पर्सनल पॉलिटिकल इंटरेस्ट के कारण इस वॉर को बढ़ाते जा रहे हैं या एक्सटेंड करते जा रहे हैं। जी सर, आखिरी सवाल पे आते हैं। लेटेस्ट कोविड आउटब्रेक, चाइना शंघाई में 3 लोगों की मौत। देखो, मेरे को लगता है कि दिस इज मिस रिप्रेजेंटेशन। मौत बहुत लोगों की हुई है और एक्चुअली चाइना की पॉलिसी इज स्लाइटली डिफरेंट फ्रॉम एनी अदर नेशन। उनकी है जीरो कोविड पॉलिसी। अब बाकी देशों ने अडॉप्ट कर लिया लिव विद कोविड पॉलिसी, जैसे हम अपने इस देश की भी बात कर लें। ओमिक्रॉन माइल्डर फॉर्म में, और माइल्डर फॉर्म में वो ज़्यादा स्प्रेड करता है। और पहले तो एक लोगों के मन में एक डर था बहुत ज़्यादा कि इट इज़ फेटल, तो लोग डिसिप्लिन में रहते भी थे। अब उनकी पॉपुलेशन रिवोल्ट कर रही है। सबसे पहली बात है कि देयर हैव बीन वीडियोस दैट आर इमर्जिंग जहाँ पे लोग भूख से तड़प रहे हैं, वो प्रोटेस्ट कर रहे हैं। चाइना जैसी इट्स नॉट अ डेमोक्रेसी, वहाँ पे प्रोटेस्ट अलाउ ही नहीं करती गवर्नमेंट, पर फिर भी लोग अपनी विंडो से चिल्ला रहे हैं कि आई एम हंग्री। लोग भूख से मारे चिल्ला रहे हैं। अब जिनको रेगुलरली खाना खाने की आदत है तो अब वो फैमिन काइंड ऑफ वहाँ पे सिस्टम बन गया, क्योंकि उस स्टेट को ऐसे लॉक कर, अगर वहाँ से कोई ट्रक ड्राइवर सामान लेके आता है उसको वापस जाना मुश्किल हो रहा है अपनी वापस स्टेट में। तो सप्लाई चेन पे बहुत इंपैक्ट आ रहा है। वो आइसोलेशन कर रहे हैं, हर रोज़ 20,000 से ऊपर केस आ रहे हैं शंघाई के अंदर। तो ये बड़ी डेंजरस सिचुएशन बन रही है। मेरे को लगता है चाइना को भी अपने, खैर वो अब सोच ही रहे हैं, अपनी पॉलिसी को रीलुक करने की ज़रूरत है कि यू हैव टू लर्न टू लिव विद इट। अगर और मैं इसको एक तरीके से और सोचता हूँ कि क्या ऐसी कोई चीज़ है जो सिर्फ चाइनीज़ जानते हैं बाकी दुनिया नहीं जानती? बिकॉज इसको वुहान वायरस भी कहा जाता है। तो इज देयर समथिंग दैट दे नो रेस्ट ऑफ द वर्ल्ड डज नॉट नो, कि वो अभी भी इतनी सख्ती से जीरो कोविड की तरफ चल रहे हैं? तो ये चीज़ एक बार आपको सोचने पे मजबूर करती है कि खतरा ज़्यादा तो नहीं है जितना हम उसको अंडर एस्टिमेट तो नहीं कर रहे। अब इस सिचुएशन से भारत को लेसन लेते रहना चाहिए। जितनी प्रिकॉशन हम पर्सनली लें, गवर्नमेंट ने रूल खोल दिए, हम जितना हाइजीन, जितना डिस्टेंस बना रखें, जितना अपने आप को क्लीन रखें, हेल्दी रखें रिलेटिवली, और अपने जो ट्रेडिशनल वेज हैं दवाइयाँ खाने के, जो ट्रेडिशनल वेज से इम्यूनिटी स्ट्रॉन्ग करते रहें, तो हम अपने आप को रिलेटिवली स्ट्रॉन्ग रख सकते हैं। और अब देखो, मैं परसेंटेज चेक कर रहा था कि वहाँ पे 60 ईयर्स की एज से ऊपर भी सिर्फ 38% वैक्सीनेशन हुई है। इंडिया में ये वैक्सीनेशन का नंबर बहुत बड़ा है। ये एक चीज़ हमें थोड़ी तसल्ली देता है कि वी आर वैक्सीनेटेड, वी हैव सर्टन लेवल ऑफ इम्यूनिटी डेवलप्ड। और इंडिया जैसी जहाँ पे पर किलोमीटर पॉपुलेशन ज़्यादा है, सिटीज़ में जितनी कॉन्जेशन है, मेरे को लगता है कि हमारे इम्यून सिस्टम अवेयर हैं कि क्या आने वाला है ये। बट स्टिल जितना कि अभी बच्चों की वैक्सीनेशन हुई है, स्कूल्स में केस आए थे जैसे हमने डिस्कस किया था, तो होपफुली बच्चों के लिए कोई अच्छी स्ट्रॉन्ग वैक्सीनेशन आए जो सेफ़ हो, जो सिक्योर हो, और जो हमारे बच्चों को भी एक लॉन्ग टर्म सिक्योरिटी दे पाए। तो दैट इज़ द वे फॉरवर्ड। अदरवाइज लॉकडाउन तो अब सोल्यूशन ही नहीं है। अगर चाइना जैसा प्रॉस्परस, रिलेटिवली प्रॉस्परस, रिसोर्सफुल कंट्री ही चैलेंजेस फेस कर रहा है, अपने लोगों तक खाना नहीं पहुंचा पा रहा। आई एम ग्लैड कि हमारे देश में ऐसी सिचुएशंस बहुत रेयरली आई कि जहाँ पे लोग भूखे मर रहे थे। तो ये भी एक हमारे भी एक अपनी पॉपुलेशन की तरफ जो हमारी गवर्नमेंट्स की आंसरेबिलिटी बढ़ रही है, डेमोक्रेसी की पावर है। वहाँ पे गवर्नमेंट पॉपुलेशन को रिस्पॉन्सिबल ही नहीं है। उनकी एक विजन है कि भाई ये हमारी कम्युनिस्ट पार्टी की विजन है, इसमें हमने ये चीज़ें अचीव करनी है। तो लोग आर इंसिडेंटल टू दैट पॉलिसी। वो पॉलिसी लोगों के लिए नहीं है, वो पॉलिसी देश के लिए या पॉलिसी है उस पार्टी के लिए। लोग तो उसका पार्ट है। तो डेमोक्रेसी में इट इज़ फॉर पीपल, बाय पीपल एंड ऑफ पीपल। तो ये डिफरेंस है जिससे एक संवेदना ना चाहते हुए भी पॉलिटिशियन को आम आदमी के लिए रखनी पड़ती है। एब्सोल्युटली सर। सो थैंक यू सो मच फॉर योर व्यूज सर। ऐसे ही इंपॉर्टेंट अपडेट्स और डीप मीनिंगफुल इंसाइट्स के लिए जुड़े रहिए हमारे चैनल के साथ, एंड डू नॉट फॉरगेट टू सब्सक्राइब टू आवर चैनल एंड डाउनलोड आवर ऐप। धन्यवाद।